जी खालसा वाहिगुरू जी की फतेह। ਅੱਜ ਅਸੀਂ ਨੈਸ਼ਨਲ ਸਟੇਟ ਦੇ ਉਸਾਰੀ ਦਾ ਪ੍ਰੋਜੈਕਟ ਬਾਰੇ ਵਿਚਾਰ ਸਾਂਝੇ ਕਰਾਂਗੇ। 1947 ਵਿੱਚ ਬਰਤਾਨਵੀ ਬਸਤੀਵਾਦੀ ਰਾਜ ਦੇ ਖਾਤਮੇ ਉਪਰੰਤ ਭਾਰਤ ਦੇ ਹਾਕਮ ਵਰਗ ਨੇ ਕੁਝ ਬਹੁਤ ਹੀ ਉੱਚੇ ਤੇ ਵੱਡੇ ਨਿਸ਼ਾਨੇ ਸਾਹਮਣੇ ਰੱਖ ਕੇ ਆਜ਼ਾਦੀ ਤੇ ਵਿਕਾਸ ਦੇ ਸਫ਼ਰ ਦੀ ਉਤਸ਼ਾਹ ਭਰੀ ਸ਼ੁਰੂਆਤ ਕੀਤੀ ਸੀ। ਸਭ ਨਾਲੋਂ ਅਹਿਮ ਤੇ ਪ੍ਰਮੁੱਖ ਨਿਸ਼ਾਨਾ ਸੀ ਧਰਮਾਂ, ਜਾਤਾਂ ਤੇ ਫਿਰਕਿਆਂ ਵਿੱਚ ਵੰਡੀ ਦੇਸ਼ ਦੀ ਜਨਤਾ ਨੂੰ ਇੱਕੋ ਸਾਂਝੀ ਕੌਮ ਦੇ ਸਾਂਝੇ ਵਿੱਚ ਢਾਲਣਾ। ਦੂਜਾ ਰਾਜਸੀ ਢਾਂਚੇ ਅੰਦਰ ਇੱਕ ਪੁਰਖਾਸ਼ਾਹੀ ਤੇ ਜਾਗੀਰੂ ਦਸਤੂਰ ਦਾ ਖਾਤਮਾ ਕਰਕੇ ਭਾਰਤ ਅੰਦਰ ਪੱਛਮੀ ਤਰਜ਼ ਦਾ ਪਾਰਲੀਮਾਨੀ ਜਮਹੂਰੀ ਢਾਂਚਾ ਸਥਾਪਿਤ ਕਰਨਾ। ਤੀਜਾ ਭਾਰਤ ਨੂੰ ਪੱਛਮੀ ਨਮੂਨੇ ਦਾ ਧਰਮ ਨਿਰਪੱਖ ਰਾਜ ਬਣਾਉਣਾ। ਚੌਥਾ ਦੇਸ਼ ਅੰਦਰ ਆਰਥਿਕ ਮੰਦਹਾਲੀ ਤੇ ਗਰੀਬੀ ਦਾ ਖਾਤਮਾ ਕਰਕੇ ਇਸ ਨੂੰ ਆਰਥਿਕ ਤੌਰ ਤੇ ਖੁਸ਼ਹਾਲ ਤੇ ਆਤਮ ਨਿਰਭਰ ਬਣਾਉਣਾ, ਜਿਵੇਂ ਕਿ ਅਕਸਰ ਹੀ ਨਵੀਂ ਸ਼ੁਰੂਆਤ ਵੇਲੇ ਹੋਇਆ ਕਰਦਾ ਹੈ। ਭਾਰਤ ਅੰਦਰ ਇਹ ਸਮਾਂ ਸੱਜਰੇ ਉਤਸ਼ਾਹ ਤੇ ਜੋਸ਼ੋ ਖਰੋਸ਼ ਦਾ ਸੀ। ਇਸ ਨਾਲ ਸੁਭਾਵਿਕ ਹੀ ਭਾਰਤ ਦੇ ਲੋਕਾਂ ਦੇ ਮਨਾਂ ਅੰਦਰ ਵੱਡੀਆਂ ਉਮੀਦਾਂ ਤੇ ਆਸ਼ਾਵਾਂ ਦੇ ਬੀਜ ਪੁੰਗਰੇ। ਭਾਰਤ ਦੇ ਤਤਕਾਲੀ ਹਾਕਮ ਉਪਰੋਕਤ ਸਾਰੇ ਟੀਚਿਆਂ ਨੂੰ ਇੱਕ ਦੂਜੇ ਨਾਲ ਗੂੜੀ ਤਰ੍ਹਾਂ ਜੁੜੇ ਹੋਏ ਦੇਖਦੇ ਸਨ। ਪੰਡਿਤ ਜਵਾਹਰ ਲਾਲ ਨਹਿਰੂ ਦਾ ਸੋਚਣਾ ਸੀ ਕਿ ਭਾਰਤ ਦੇ ਸਨਅਤੀਕਰਨ ਤੇ ਆਧੁਨਿਕ ਵਿੱਦਿਆ ਦੇ ਪਸਾਰ ਨਾਲ ਲੋਕਾਂ ਦਾ ਵਿਗਿਆਨਿਕ ਮਿਜ਼ਾਜ ਵਿਕਸਿਤ ਹੋ ਜਾਵੇਗਾ, ਜਿਸ ਨਾਲ ਉਹਨਾਂ ਦੀ ਧਾਰਮਿਕ ਸੋਚਣੀ ਲਗਾਤਾਰ ਕਮਜ਼ੋਰ ਪੈਂਦੀ ਚਲੀ ਜਾਵੇਗੀ ਅਤੇ ਉਹਨਾਂ ਅੰਦਰ ਧਰਮ ਨਿਰਪੱਖ ਕਦਰਾਂ ਕੀਮਤਾਂ ਗਹਿਰੀਆਂ ਜੜ੍ਹਾਂ ਫੜਦੀਆਂ ਚਲੀਆਂ ਜਾਣਗੀਆਂ। ਇਸ ਤਰ੍ਹਾਂ ਭਾਰਤ ਦੇ ਲੋਕ ਧਰਮ, ਜਾਤ, ਭਾਸ਼ਾ ਤੇ ਸੱਭਿਆਚਾਰ ਆਦਿ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਇੱਕ ਵਡੇਰੀ ਤੇ ਵਿਸ਼ਾਲ ਸਾਂਝੀ ਪਛਾਣ ਲੈਣਗੇ, ਜੋ ਕੌਮੀ ਏਕਤਾ ਦੀ ਮਜ਼ਬੂਤ ਤੇ ਭਰੋਸੇਯੋਗ ਬੁਨਿਆਦ ਹੋ ਗੁਜ਼ਰੇਗੀ। ਭਾਰਤੀ ਹਾਕਮਾਂ ਦੁਆਰਾ ਚਿਤਵੇ ਇਹ ਆਦਰਸ਼ ਯਥਾਰਥਿਕ ਘੱਟ ਕਾਲਪਨਿਕ ਜ਼ਿਆਦਾ ਸਨ। ਇਸ ਸੁਪਨ ਪ੍ਰੋਜੈਕਟ ਦੀਆਂ ਵਜੂਦ ਸਮੂਹੀਆਂ ਕਮਜ਼ੋਰੀਆਂ ਨੇ ਛੇਤੀ ਹੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। 60ਵਿਆਂ ਦੇ ਮੱਧ ਵਿੱਚ ਜਾ ਕੇ ਭਾਰਤੀ ਢਾਂਚੇ ਦੇ ਗੰਭੀਰ ਰੂਪ ਵਿੱਚ ਸੰਕਟਗ੍ਰਸਤ ਹੋ ਜਾਣ ਦੀ ਹਕੀਕਤ ਦਾ ਜਾਦੂ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਸੀ। ਕਿਸੇ ਵੀ ਰਾਜ ਜਾਂ ਸਿਸਟਮ ਨੂੰ ਦਰਪੇਸ਼ ਸੰਕਟ ਦੀ ਸਭ ਨਾਲੋਂ ਉਗੜਵੀਂ ਨਿਸ਼ਾਨੀ ਹੀ ਹੁੰਦੀ ਹੈ ਇਹ ਹੁਕਮਰਾਨ ਵਰਗ ਦੀ ਰਾਜ ਕਰਨ ਦੀ ਸਮਰੱਥਾ ਬੁਰੀ ਤਰ੍ਹਾਂ ਗ੍ਰਹਿਣੀ ਜਾਂਦੀ ਹੈ, ਜਿਸ ਦਾ ਠੋਸ ਅਰਥ ਇਹ ਬਣਦਾ ਹੈ ਕਿ ਹੁਕਮਰਾਨ ਵਰਗ ਵੱਲੋਂ ਆਰਥਿਕ ਵਿਕਾਸ ਦੇ ਪਹੀਏ ਨੂੰ ਅੱਗੇ ਤੋਰ ਸਕਣ ਅਤੇ ਨਾਲ ਹੀ ਅਲੱਗ-ਅਲੱਗ ਹਿੱਤਾਂ ਦੀ ਤਰਜਮਾਨੀ ਕਰਦੇ ਵਰਗਾਂ ਨੂੰ ਆਪਣੇ ਨਾਲ ਲੈ ਕੇ ਚੱਲ ਸਕਣ ਦੀ ਸਮਰੱਥਾ ਨਿਤਾਣੀ ਪੈ ਜਾਂਦੀ ਹੈ। ਆਜ਼ਾਦੀ ਦੇ ਝੱਟ ਬਾਅਦ ਭਾਰਤ ਦੇ ਪੜ੍ਹੇ ਲਿਖੇ ਅਤੇ ਨੈਸ਼ਨਲਿਸਟ ਵਿਚਾਰਧਾਰਾ ਦੇ ਮੁਰੀਦ ਕੁਲੀਨ ਵਰਗ ਨੇ ਰਾਜਕੀ ਢਾਂਚੇ ਉੱਤੇ ਆਪਣੀ ਫੈਸਲਾਕੁੰਨ ਸਰਦਾਰੀ ਸਥਾਪਿਤ ਕਰ ਲਈ ਸੀ। ਇਸ ਕੁਲੀਨ ਵਰਗ ਨੇ ਆਪਣੇ ਸਰੀਰ ਹੋਰਨਾਂ ਕੁਲੀਨ ਵਰਗਾਂ ਜਿਵੇਂ ਕਿ ਵੱਡੇ ਭੋਏ ਸਰਦਾਰਾਂ, ਪੇਂਡੂ ਸਮਾਜ, ਅੰਦਰਲੇ ਜਾਤਾਂ ਬਰਾਦਰੀਆਂ ਦੇ ਚੌਧਰੀਆਂ ਅਤੇ ਵਪਾਰੀਆਂ, ਸ਼ਾਹੂਕਾਰਾਂ ਆਦਿ ਪ੍ਰਤੀ ਸਮਝੌਤੇ ਦੇ ਮਿਲਵਰਤਨ ਦਾ ਰੁਖ ਅਖਤਿਆਰ ਕਰਦਿਆਂ ਉਹਨਾਂ ਨੂੰ ਇੱਕ ਗਿਣਵੀਂ ਹੱਦ ਤੱਕ ਸੱਤਾ ਵਿੱਚ ਭਾਗੀਦਾਰੀ ਬਣਾਉਣ ਦੀ ਸੁਚੇਤ ਰਣਨੀਤੀ ਅਮਲ ਵਿੱਚ ਲਿਆਂਦੀ ਸੀ। ਪਰੰਤੂ ਆਜ਼ਾਦੀ ਦੇ 2 ਦਹਾਕਿਆਂ ਬਾਅਦ ਹੀ ਇਸ ਹੁਕਮਰਾਨੀ ਗੱਠਜੋੜ ਅੰਦਰ ਤਿੱਖੇ ਤਣਾਅ ਤੇ ਟਕਰਾਅ ਪ੍ਰਗਟ ਹੋਣੇ ਸ਼ੁਰੂ ਹੋ ਗਏ ਸਨ, ਜਿਸ ਨਾਲ ਹੁਕਮਰਾਨ ਵਰਗ ਅੰਦਰ ਵੱਡੇ ਝਗੜੇ ਤੇ ਰਫੜ ਪੈਦਾ ਹੋ ਜਾਣ ਦੀ ਨੌਬਤ ਆ ਗਈ ਸੀ। 1969 ਵਿੱਚ ਕਾਂਗਰਸ ਪਾਰਟੀ, ਜੋ ਕਿ ਦੇਸ਼ ਦਾ ਪ੍ਰਮੁੱਖ ਰਾਜਨੀਤਿਕ ਦਲ ਸੀ, ਵਿੱਚ ਪਈ ਦੁਫੇੜ ਇਸ ਗੱਲ ਦਾ ਸਭ ਤੋਂ ਉਗੜਵਾਂ ਇਜ਼ਹਾਰ ਤੇ ਪਰਿਮਾਣ ਸੀ। ਇਸ ਦੇ ਨਾਲ ਹੀ ਅਲੱਗ-ਅਲੱਗ ਕਾਰਨਾਂ ਕਰਕੇ ਭਾਰਤ ਦੇ ਆਮ ਲੋਕਾਂ ਅਤੇ ਕੁਝ ਵਿਸ਼ੇਸ਼ ਸਮਾਜੀ ਵਰਗ ਤੇ ਭਾਈਚਾਰਿਆਂ ਦਾ ਭਾਰਤੀ ਰਾਜ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਸੀ। ਕਿਸੇ ਦੇਸ਼ ਦੇ ਢਾਂਚੇ ਨੂੰ ਜਦ ਵੀ ਇਸ ਕਿਸਮ ਦਾ ਡੂੰਘਾ ਸੰਕਟ ਪੇਸ਼ ਆਉਂਦਾ ਹੈ ਤਾਂ ਹੁਕਮਰਾਨ ਵਰਗ ਅੰਦਰ ਅਤੇ ਨਾਲ ਹੀ ਦੇਸ਼ ਦੀ ਆਮ ਜਨਤਾ ਅੰਦਰ ਵੀ ਇਸ ਪ੍ਰਤੀ ਖਾਸ ਕਿਸਮ ਦਾ ਪ੍ਰਤੀਕਰਮ ਜਾਗਦਾ ਹੈ। ਇਹ ਪ੍ਰਤੀਕਰਮ ਵੀ ਸੰਬੰਧਿਤ ਰਾਜ ਅਤੇ ਸਮਾਜ ਦੇ ਹਕੀਕੀ ਖਾਸੇ ਨੂੰ ਸਮਝਣ ਵਿੱਚ ਮਦਦਗਾਰ ਤੱਥ ਸਾਬਤ ਹੁੰਦਾ ਹੈ। ਇਸ ਤਰ੍ਹਾਂ ਸੰਕਟ ਦੇ ਮੂਲ ਲੱਛਣਾਂ ਦੇ ਨਾਲ ਹੀ ਇਸ ਪ੍ਰਤੀਕਰਮ ਦਾ ਡੂੰਘਾ ਵਿਸ਼ਲੇਸ਼ਣ ਕਰਨਾ ਵੀ ਅਤੀ ਜ਼ਰੂਰੀ ਬਣ ਜਾਂਦਾ ਹੈ। ਪੱਛਮੀ ਮੁਲਕਾਂ ਦੀ ਰਿਸੇ ਭਾਰਤੀ ਵਰਗ ਬਹੁ ਸੱਭਿਆਚਾਰੀ ਦੇਸ਼ ਅੰਦਰ ਇੱਕੋ ਸਾਂਝੀ ਕੌਮ ਦਾ ਨਿਰਮਾਣ ਕਰਨ ਦਾ ਵਿਚਾਰ ਤੇ ਵਿਉਂਤ ਨਕਸ਼ਾ
ਆਪਣੇ ਮੂਲ ਖਾਸੇ ਮਨੋਰਥਾਂ ਤੇ ਭਾਵਨਾ ਪੱਖੋਂ ਹੀ ਘੱਟ ਗਿਣਤੀ ਸੱਭਿਆਚਾਰਾਂ ਲਈ ਹਾਨੀਕਾਰਕ ਹੈ। ਇਸ ਕਰਕੇ ਇਹਨਾਂ ਘੱਟ ਗਿਣਤੀ ਭਾਈਚਾਰਿਆਂ ਅੰਦਰ ਅਜਿਹੇ ਯਤਨਾਂ ਪ੍ਰਤੀ ਰੋਸ ਤੇ ਵਿਰੋਧ ਭਾਵ ਪੈਦਾ ਹੋਣਾ ਸੁਭਾਵਿਕ ਹੈ ਤੇ ਹੱਕ ਬਜਾਨਬ ਵੀ ਭਾਰਤ ਦੇ ਹੁਕਮਰਾਨ ਵਰਗ ਅਤੇ ਬਹੁਗਿਣਤੀ ਭਾਈਚਾਰੇ ਦੁਆਰਾ ਘੱਟ ਗਿਣਤੀ ਭਾਈਚਾਰਿਆਂ ਦੇ ਇਸ ਹੱਕੀ ਰੋਸ ਅਤੇ ਵਿਰੋਧ ਪ੍ਰਤੀ ਪ੍ਰਗਟਾਏ ਤੰਗ ਦਿਲ ਤੇ ਅੱਖੜ ਵਤੀਰੇ ਨੇ ਭਾਰਤੀ ਰਾਜ ਬਾਰੇ ਬਣੀਆਂ ਅਤੇ ਬਣਾਈਆਂ ਗਈਆਂ ਛਲਾਵੇ ਭਰੀਆਂ ਧਾਰਨਾਵਾਂ ਦਾ ਸਾਰਾ ਅੱਜ ਉਖਾੜ ਕੇ ਰੱਖ ਦਿੱਤਾ। ਭਾਰਤੀ ਹੁਕਮਰਾਨ ਵਰਗ ਅਤੇ ਬਹੁਗਿਣਤੀ ਹਿੰਦੂ ਭਾਈਚਾਰੇ ਨੇ ਪਹਿਲਾਂ ਤਾਂ ਆਪਣੀ ਸਹੂਲਤ ਲਈ ਆਪਣੇ ਮਨ ਵਿੱਚ ਇਹ ਭਰਮ ਸਿਰਜ ਲਿਆ ਕਿ ਭਾਰਤ ਦੇ ਸਾਰੇ ਲੋਕ ਅਤੇ ਵਰਗ ਸਮੇਤ ਘੱਟ ਗਿਣਤੀ ਭਾਈਚਾਰਿਆਂ ਦੇ ਇੱਕੋ ਸਾਂਝੀ ਕੌਮ ਦੇ ਸਾਂਚੇ ਵਿੱਚ ਢਲ ਚੁੱਕੇ ਹਨ। ਪਰ ਇਹ ਮਿੱਥ ਕਿਉਂਕਿ ਹਕੀਕਤ ਨੂੰ ਰੂਪਮਾਨ ਨਹੀਂ ਕਰਦਾ, ਇਸ ਕਰਕੇ ਜਦ ਉਹਨਾਂ ਨੂੰ ਆਪਣਾ ਇਹ ਸਵੈ ਸਿਰਜਿਆ ਭਰਮ ਚਕਨਾਚੂਰ ਹੁੰਦਾ ਦਿਖਾਈ ਦੇਣ ਲੱਗਾ ਤਾਂ ਉਹਨਾਂ ਆਪਣਾ ਅਸਲੀ ਰੂਪ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ। ਭਾਰਤੀ ਰਾਜ ਅਤੇ ਹਿੰਦੂ ਵਰਗ ਦੇ ਪ੍ਰਤੀਕਰਮ ਨੂੰ ਦੋ ਤੱਥਾਂ ਨੇ ਫੈਸਲਾਕੁੰਨ ਰੂਪ ਵਿੱਚ ਪ੍ਰਭਾਵਿਤ ਕੀਤਾ। ਇੱਕ ਹਿੰਦੂ ਵਰਗ ਦਾ ਮੂਲ ਸੁਭਾਅ ਅਤੇ ਖਾਸਾ, ਦੂਜਾ ਭਾਰਤ ਅੰਦਰ ਜਮਹੂਰੀ ਰਵਾਇਤਾਂ ਅਤੇ ਸੱਭਿਆਚਾਰ ਦੀਆਂ ਹੋਛੀਆਂ ਜੜ੍ਹਾਂ। ਪਤਲੀ ਪੁਸਤਕ ਲੜੀ ਦੀਆਂ ਪਹਿਲੀਆਂ 2 ਜਿਲਦਾਂ ਅੰਦਰ ਅਸੀਂ ਹਿੰਦੂ ਵਰਗ ਵੱਲੋਂ ਦੂਸਰੇ ਭਾਈਚਾਰਿਆਂ ਦੀ ਸੁਤੰਤਰ ਪਛਾਣ ਅਤੇ ਹਸਤੀ ਨੂੰ ਸਹਿਣ ਨਾ ਕਰ ਸਕਣ ਅਤੇ ਉਹਨਾਂ ਨੂੰ ਪੁਚਕਾਰ ਪਲੋਸ ਕੇ ਅਤੇ ਜਾਂ ਜ਼ੋਰ ਜਬਰੀ ਆਪਣੇ ਅੰਦਰ ਜਜ਼ਬ ਕਰ ਲੈਣ ਦੀ ਗੈਰ ਜਮਹੂਰੀ ਪ੍ਰਵਿਰਤੀ ਬਾਰੇ ਵਿਸਥਾਰ ਵਿੱਚ ਚਾਨਣਾ ਪਾ ਚੁੱਕੇ ਹਾਂ। ਜਦੋਂ ਤੱਕ ਤਾਂ ਹਿੰਦੂ ਵਰਗ ਰਾਜ ਸੱਤਾ ਤੋਂ ਲਾਂਭੇ ਰਿਹਾ, ਉਦੋਂ ਤੱਕ ਉਸ ਦੀ ਇਹ ਫਾਸੀਵਾਦੀ ਪ੍ਰਵਿਰਤੀ ਲੁਕੀ ਦੱਬੀ ਰਹੀ। ਪਰ ਜਿਉਂ ਹੀ ਉਹ 1947 ਵਿੱਚ ਗੁਲਾਮੀ ਦੀ ਜਿੱਲਤ ਚੋਂ ਨਿਕਲ ਕੇ ਰਾਜ ਭਾਗ ਦਾ ਮਾਲਕ ਬਣ ਗਿਆ ਤਾਂ ਉਸ ਦੀ ਇਸ ਪ੍ਰਵਿਰਤੀ ਨੇ ਆਪਣਾ ਫਣ ਖਿਲਾਰ ਲਿਆ। ਉਸ ਅੰਦਰ ਦੂਸਰੇ ਭਾਈਚਾਰਿਆਂ ਉੱਤੇ ਆਪਣਾ ਗਲਬਾ ਸਥਾਪਿਤ ਕਰਨ ਅਤੇ ਉਹਨਾਂ ਦੇ ਵਿਰੋਧ ਨੂੰ ਹਕੂਮਤੀ ਤਾਕਤ ਨਾਲ ਕੁਚਲ ਦੇਣ ਦਾ ਫਾਸ਼ੀਵਾਦੀ ਬਲ ਮਰੋੜਾ ਖਾ ਉੱਠਿਆ। ਬਹੁਗਿਣਤੀ ਵਰਗ ਅੰਦਰ ਉਪਜੇ ਅਜਿਹੇ ਗੈਰ ਜਮਹੂਰੀ ਰੁਝਾਨ ਦਾ ਰਾਜ ਦੀਆਂ ਨੀਤੀਆਂ ਤੇ ਅਮਲਾਂ ਉੱਤੇ ਪਰਛਾਵਾਂ ਪੈਣਾ ਸੁਭਾਵਿਕ ਹੋ ਜਾਂਦਾ ਹੈ। ਜੇਕਰ ਕਿਸੇ ਦੇਸ਼ ਅੰਦਰ ਜਮਹੂਰੀ ਰਵਾਇਤਾਂ ਮਜ਼ਬੂਤ ਹੋਣ ਫਿਰ ਤਾਂ ਬਹੁਗਿਣਤੀ ਵਰਗ ਅੰਦਰ ਉਪਜੇ ਫਾਸ਼ੀਵਾਦੀ ਰੁਝਾਨ ਦਾ ਢਾਂਚੇ ਦੇ ਅੰਦਰੋਂ ਹੀ ਅਸਰਦਾਰ ਵਿਰੋਧ ਤੇ ਰੋਕਥਾਮ ਹੋ ਜਾਂਦੀ ਹੈ। ਪਰੰਤੂ ਜੇਕਰ ਜਮਹੂਰੀ ਰਵਾਇਤਾਂ ਬਹੁਤੀਆਂ ਮਜ਼ਬੂਤ ਨਾ ਹੋਣ ਤਾਂ ਫਿਰ ਰਾਜ ਆਸਾਨੀ ਨਾਲ ਹੀ ਜਮਹੂਰੀਅਤ ਦੀ ਕੁੰਜ ਉਤਾਰ ਕੇ ਆਪਣੇ ਅਸਲੀ ਜਾਮੇ ਵਿੱਚ ਪ੍ਰਗਟ ਹੋ ਜਾਂਦਾ ਹੈ। ਪਰ ਭਾਰਤ ਅੰਦਰ ਠੀਕ ਇਹੋ ਵਰਤਾਰਾ ਵਾਪਰਿਆ। 80ਵਿਆਂ ਤੱਕ ਜਾ ਕੇ ਭਾਰਤ ਦੀ ਸਮਾਜੀ ਤੇ ਰਾਜਸੀ ਤਸਵੀਰ ਅਹਿਮ ਰੂਪ ਵਿੱਚ ਬਦਲਣੀ ਸ਼ੁਰੂ ਹੋ ਗਈ ਸੀ। 60ਵਿਆਂ ਦੇ ਦਹਾਕੇ ਵਿੱਚ ਭਾਰਤ ਅੰਦਰ ਪ੍ਰਗਟ ਹੋਈ ਜਨਤਕ ਬੇਚੈਨੀ ਦੇ ਉਭਾਰ ਮੁੱਖ ਤੌਰ ਤੇ ਆਰਥਿਕ ਮੁੱਦਿਆਂ ਉੱਤੇ ਕੇਂਦਰਿਤ ਸਨ। ਭਾਰਤੀ ਹੁਕਮਰਾਨ ਵਰਗ ਨੇ ਇਸ ਉਭਾਰ ਨਾਲ ਨਜਿੱਠਣ ਲਈ 2 ਸਾਗੀ ਨੀਤੀ ਅਪਣਾਈ। ਇੱਕ ਹੱਥ ਗਰੀਬੀ ਹਟਾਓ ਵਰਗੇ ਲੁਭਾਉਣੇ ਨਾਅਰਿਆਂ ਅਤੇ ਕੁਝ ਭਰਮਾਊ ਪ੍ਰੋਗਰਾਮਾਂ ਨਾਲ ਇਸ ਬਲ ਦੀ ਬੇਚੈਨੀ ਉੱਤੇ ਠੰਡੇ ਛਿੱਟੇ ਮਾਰਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਗਈਆਂ। ਦੂਜੇ ਹੱਥ ਇਨ੍ਹਾਂ ਲੁਭਾਉਣੇ ਨਾਅਰਿਆਂ ਦੀ ਕੀਲ ਵਿੱਚ ਆਉਣ ਤੋਂ ਇਨਕਾਰੀ ਸੰਘਰਸ਼ਸ਼ੀਲ ਤਾਕਤਾਂ ਅਤੇ ਵਰਗਾਂ ਉੱਤੇ ਹਕੂਮਤੀ ਜ਼ਬਰ ਦਾ ਬੇਰਹਿਮ ਚੱਕਰ ਚਲਾਇਆ ਗਿਆ। ਇਸ ਮੰਤਵ ਲਈ ਰਾਜ ਨੂੰ ਉਚੇਚੇ ਜ਼ਬਰ ਕਾਨੂੰਨਾਂ ਨਾਲ ਲੈਸ ਕੀਤਾ ਗਿਆ। ਜੂਨ 1975 ਵਿੱਚ ਇੰਦਰਾ ਗਾਂਧੀ ਦੁਆਰਾ ਦੇਸ਼ ਵਿੱਚ ਲਾਈ ਗਈ ਐਮਰਜੈਂਸੀ ਇਸ ਅਮਲ ਦਾ ਸਿਖਰ ਬਿੰਦੂ ਕਿਹਾ ਜਾ ਸਕਦਾ ਹੈ। ਇਸ ਨਾਲ ਇੱਕ ਤਾਂ ਭਾਰਤੀ ਰਾਜ ਨੇ ਹੋਰ ਵਧੇਰੇ ਗੈਰ ਜਮਹੂਰੀ ਤੇ ਜਾਬਰ ਖਾਸਾ ਧਾਰਨ ਕਰ ਲਿਆ। ਪਾਰਲੀਮੈਂਟ ਦੁਆਰਾ ਇੱਕ ਤੋਂ ਬਾਅਦ ਦੂਜਾ ਜਾਬਰ ਕਾਨੂੰਨ ਪਾਸ ਕੀਤਾ ਜਾਣ ਲੱਗਾ। ਸੁਰੱਖਿਆ ਦਲਾਂ ਦੇ ਨਾਂ ਹੇਠ ਪੁਲਿਸ ਅਤੇ ਨੀਮ ਫੌਜੀ ਦਲਾਂ ਦੀ ਨਫਰੀ ਛੜੱਪੇ ਮਾਰ ਵਾਧਾ ਕੀਤਾ ਗਿਆ ਅਤੇ ਉਹਨਾਂ ਦੇ ਦੰਦ ਹੋਰ ਤਿੱਖੇ ਕਰ ਦਿੱਤੇ ਗਏ। ਦੂਜਾ ਰਾਜਗੀ ਢਾਂਚੇ ਦੇ ਪਹਿਲਾਂ ਹੀ ਨਿਤਾਨੇ ਫੈਡਰਲ ਤੱਤ ਨੂੰ ਹੋਰ ਖੋਰਾ ਲੱਗ ਗਿਆ। ਕੇਂਦਰ ਸਰਕਾਰ ਨੇ ਰਾਜਾਂ ਦੇ ਅਧਿਕਾਰਾਂ ਨੂੰ ਲਗਾਤਾਰ ਛਾਂਗਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸੱਤਾ ਦੇ ਕੇਂਦਰੀਕਰਨ ਦਾ ਰੁਝਾਨ ਲਗਾਤਾਰ ਤਾਕਤ ਗ੍ਰਹਿਣ ਕਰਦਾ ਚਲਾ ਗਿਆ। ਸੱਤਾ ਦੇ ਇਸ ਵਧਵੇਂ ਕੇਂਦਰੀਕਰਨ ਨੇ ਭਾਰਤ ਦੇ ਕੁਝ ਖਿੱਤਿਆਂ ਅੰਦਰ ਪਹਿਲਾਂ ਤੋਂ ਮੌਜੂਦ ਵੱਖਰੀ ਪਛਾਣ ਦੇ ਜਜ਼ਬੇ ਨੂੰ
ਹੋਰ ਤਾਂ ਚੜ੍ਹਾ ਦਿੱਤਾ, ਜਿਸ ਸਦਕਾ ਕੁਝ ਖਿੱਤਿਆਂ ਅੰਦਰ ਵੱਖਰੀ ਪਛਾਣ ਦੇ ਮੁੱਦੇ ਨੂੰ ਲੈ ਕੇ ਖੇਤਰੀ ਖੁਦਮੁਖਤਿਆਰੀ ਦੇ ਹੱਕ ਵਿੱਚ ਸ਼ਕਤੀਸ਼ਾਲੀ ਲਹਿਰਾਂ ਦੀ ਕਾਂਗ ਉੱਠ ਖੜੀ ਹੋਈ। ਇਸ ਨਾਲ ਭਾਰਤ ਅੰਦਰ 60ਵਿਆਂ ਦੀ ਤੁਲਨਾ ਵਿੱਚ ਜਨਤਕ ਸੰਘਰਸ਼ ਦੇ ਉਭਾਰ ਦਾ ਮੂੰਹ ਮੱਥਾ ਹੀ ਬਦਲ ਗਿਆ। ਭਾਵੇਂ ਕਿ ਕਈ ਥਾਵਾਂ ਤੇ ਆਰਥਿਕ ਮੁੱਦਿਆਂ ਤੇ ਵੀ ਤਿੱਖੇ ਸੰਘਰਸ਼ ਲੜੇ ਜਾਂਦੇ ਰਹੇ, ਪਰੰਤੂ ਵੱਖਰੀਆਂ ਧਾਰਮਿਕ, ਸੱਭਿਆਚਾਰਕ ਅਤੇ ਖੇਤਰੀ ਪਛਾਣਾਂ ਦਾ ਮੁੱਦਾ ਇਸ ਦੌਰ ਦੇ ਜਨਤਕ ਸੰਘਰਸ਼ਾਂ ਤੇ ਉਭਾਰਾਂ ਦਾ ਪ੍ਰਮੁੱਖ ਲੱਛਣ ਬਣ ਗਿਆ ਸੀ। ਜਨਤਕ ਸੰਘਰਸ਼ਾਂ ਦੀ ਤਾਸੀਰ ਵਿੱਚ ਆਏ ਇਹ ਅਹਿਮ ਬਦਲਾਅ ਦੇ ਨਾਲ ਹੀ ਭਾਰਤੀ ਹੁਕਮਰਾਨ ਵਰਗ ਨੇ ਵੀ ਇਸ ਨਵੀਂ ਸਥਿਤੀ ਨਾਲ ਨਿਪਟਣ ਲਈ ਆਪਣੀ ਰਣਨੀਤੀ ਵਿੱਚ ਲੋੜੀਂਦੀ ਰੱਦੋ-ਬਦਲ ਕਰ ਲਈ ਸੀ। ਇਸ ਸਥਿਤੀ ਨਾਲ ਨਿਪਟਣ ਦਾ ਜਮਹੂਰੀ ਤੇ ਤਹਿਜ਼ੀਬ ਯਾਫਤਾ ਤਰੀਕਾਕਾਰ ਇਹ ਬਣਦਾ ਸੀ ਕਿ ਸੰਘਰਸ਼ ਕਰ ਰਹੇ ਵਰਗਾਂ ਦੇ ਸ਼ਿਕਵਿਆਂ, ਸਰੋਕਾਰਾਂ ਅਤੇ ਮੰਗਾਂ ਉੱਤੇ ਹਮਦਰਦੀ ਭਰੇ ਲਹਿਜੇ ਨਾਲ ਗੌਰ ਕੀਤੀ ਜਾਂਦੀ ਅਤੇ ਇਹਨਾਂ ਵਰਗਾਂ ਦੀ ਤਸੱਲੀ ਮੁਤਾਬਕ ਮਸਲਿਆਂ ਦੇ ਢੁਕਵੇਂ ਹੱਲ ਤਲਾਸ਼ੇ ਜਾਂਦੇ। ਜੇਕਰ ਭਾਰਤੀ ਰਾਜ ਨੇ ਇਸ ਤਰ੍ਹਾਂ ਦੀ ਜਮਹੂਰੀ ਪਹੁੰਚ ਅਪਣਾਈ ਹੁੰਦੀ ਤਾਂ ਜ਼ਿਆਦਾਤਰ ਮਸਲੇ ਗੱਲਬਾਤ ਦੇ ਜ਼ਰੀਏ ਬਿਨਾਂ ਟਕਰਾਓ ਤੇ ਖੂਨ ਖਰਾਬੇ ਦੇ ਹੱਲ ਹੋ ਸਕਦੇ ਸਨ, ਪਰੰਤੂ ਝਗੜਿਆਂ ਤੇ ਟਕਰਾਵਾਂ ਨੂੰ ਹੱਲ ਕਰਨ ਲਈ ਇਸ ਤਰ੍ਹਾਂ ਦਾ ਜਮਹੂਰੀ ਤੇ ਸੱਭਿਆਚਾਰਕ ਤਰੀਕਾ ਅਪਣਾਉਣ ਲਈ ਦੋ ਗੱਲਾਂ ਜ਼ਰੂਰੀ ਹੁੰਦੀਆਂ ਹਨ। ਇੱਕ ਹੁਕਮਰਾਨ ਲੀਡਰਸ਼ਿਪ ਦਾ ਇਰਾਦਾ, ਦੂਜਾ ਇਸ ਨੂੰ ਲਾਗੂ ਕਰਨ ਵਾਲਾ ਢਾਂਚਾ। ਜਿੱਥੋਂ ਤੱਕ ਪਹਿਲੀ ਗੱਲ ਦਾ ਸੰਬੰਧ ਹੈ, ਇਸ ਬਾਰੇ ਉੱਕਾ ਹੀ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਕਿ ਹੁਕਮਰਾਨ ਲੀਡਰਸ਼ਿਪ, ਖਾਸ ਕਰਕੇ ਸ਼੍ਰੀਮਤੀ ਇੰਦਰਾ ਗਾਂਧੀ, ਦਰਪੇਸ਼ ਮਸਲਿਆਂ ਦੇ ਜਮਹੂਰੀ ਹੱਲ ਦਾ ਰੁਝਾਨ ਇਹ ਇਰਾਦਾ ਨਹੀਂ ਸੀ ਰੱਖਦੀ। ਉਸ ਦਾ ਇਹ ਗੈਰ ਜਮਹੂਰੀ ਲੱਛਣ ਸਭ ਨਾਲੋਂ ਵੱਧ ਉਗੜਵੇਂ ਰੂਪ ਵਿੱਚ ਸਿੱਖ ਸੰਘਰਸ਼ ਦੇ ਮਸਲੇ ਵਿੱਚ ਪ੍ਰਗਟ ਹੋਇਆ, ਜਦ ਉਸ ਨੇ ਅਕਾਲੀ ਆਗੂਆਂ ਨਾਲ ਗੱਲਬਾਤ ਰਾਹੀਂ ਸਮਝੌਤੇ ਤੇ ਅੱਪੜਨ ਦੇ ਅਨੇਕਾਂ ਮੌਕੇ ਜਾਣ ਬੁੱਝ ਕੇ ਠੁਕਰਾ ਦਿੱਤੇ। ਪਰ ਮਸਲਾ ਸਿਰਫ ਹੁਕਮਰਾਨ ਲੀਡਰਸ਼ਿਪ ਦੀ ਇਰਾਦੇ ਦੀ ਘਾਟ ਤੇ ਗੈਰ ਦਿਆਨਤਦਾਰੀ ਦਾ ਹੀ ਨਹੀਂ ਸੀ। ਇਦੋਂ ਵੀ ਅਹਿਮ ਗੱਲ ਇਹ ਹੈ ਕਿ ਭਾਰਤੀ ਰਾਜਤੰਤਰ ਜਮਾਂਦਰੂ ਤੌਰ ਤੇ ਹੀ ਜਮਹੂਰੀ ਗੁਣਾਂ ਤੋਂ ਸਖਣਾ ਜਾਂ ਬੇਹੱਦ ਊਣਾ ਹੈ। ਝਗੜਿਆਂ ਦਾ ਜਮਹੂਰੀ ਢੰਗ ਨਾਲ ਨਿਪਟਾਰਾ ਕਰਨ ਲਈ ਲੀਡਰਸ਼ਿਪ ਦੇ ਨੇਕ ਇਰਾਦੇ ਹੀ ਕਾਫੀ ਨਹੀਂ ਹੁੰਦੇ। ਵਿਰੋਧ ਅਤੇ ਟਕਰਾਅ ਵਾਲੇ ਮੁੱਦਿਆਂ ਬਾਰੇ ਜਮਹੂਰੀ ਸਲੀਕੇ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਇਹਨਾਂ ਦੇ ਯੋਗ ਹੱਲ ਦੀਆਂ ਸੰਭਾਵਨਾਵਾਂ ਦੇ ਢੰਗ ਤਰੀਕੇ ਤਲਾਸ਼ਣ ਦੇ ਸਮਰੱਥ ਸੰਸਥਾਵਾਂ ਜਮਹੂਰੀ ਰਾਜ ਪ੍ਰਣਾਲੀ ਦਾ ਲਾਜ਼ਮੀ ਅੰਗ ਮੰਨੀਆਂ ਗਈਆਂ ਹਨ। ਅਜਿਹੀਆਂ ਸੰਸਥਾਵਾਂ ਦੀ ਮਜ਼ਬੂਤੀ ਹੀ ਕਿਸੇ ਰਾਜ ਦੇ ਜਮਹੂਰੀ ਖਾਸੇ ਦੀ ਬੁਨਿਆਦ ਹੁੰਦੀ ਹੈ ਅਤੇ ਇਸ ਦੀ ਜਾਮਨ ਵੀ, ਕਿਉਂਕਿ ਜਿਸ ਹੱਦ ਤੱਕ ਇਹ ਸੰਸਥਾਵਾਂ ਮਜ਼ਬੂਤ ਹੋਣਗੀਆਂ, ਉਸੇ ਹੱਦ ਤੱਕ ਇਹ ਹੁਕਮਰਾਨ ਲੀਡਰਸ਼ਿਪ ਦੇ ਗੈਰ ਜਮਹੂਰੀ ਝੁਕਾਵਾਂ ਤੇ ਪ੍ਰਵਿਰਤੀਆਂ ਉੱਤੇ ਬੰਦਸ਼ਾਂ ਲਾਉਣ ਦੀ ਅੰਦਰੂਨੀ ਯੰਤਰ ਵਿਧੀ ਬਣ ਸਕਣਗੀਆਂ। ਪਾਰਲੀਮੈਂਟ ਭਾਰਤੀ ਰਾਜਤੰਤਰ ਦਾ ਸਭ ਨਾਲੋਂ ਪ੍ਰਮੁੱਖ ਰਾਜਨੀਤਿਕ ਅਦਾਰਾ ਹੈ, ਪਰੰਤੂ 60ਵਿਆਂ ਤੋਂ ਬਾਅਦ ਇਹ ਝਗੜੇ ਨਿਪਟਾਉਣ ਤੇ ਨੀਤੀਆਂ ਘੜਨ ਵਾਲੇ ਮਹੱਤਵਪੂਰਨ ਰਾਜਸੀ ਅਦਾਰੇ ਵਜੋਂ ਘੱਟ ਹੀ ਕੰਮ ਕਰ ਸਕੀ। ਇੰਦਰਾ ਗਾਂਧੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮੰਤਰੀ ਮੰਡਲ ਦੇ ਮੈਂਬਰਾਂ ਦੀ ਚੋਣ ਯੋਗਤਾ ਦੇ ਆਧਾਰ ਤੇ ਕਰਨ ਦੀ ਥਾਵੇਂ ਲੀਡਰ ਪ੍ਰਤੀ ਨਿੱਜੀਗਤ ਵਫਾਦਾਰੀ ਦੇ ਆਧਾਰ ਤੇ ਕਰਨ ਦੀ ਰੀਤ ਪ੍ਰਚਲਿਤ ਹੋ ਗਈ। ਕਾਂਗਰਸ ਪਾਰਟੀ ਭਾਰਤ ਦੀ ਸਭ ਨਾਲੋਂ ਪ੍ਰਮੁੱਖ ਰਾਜਨੀਤਿਕ ਪਾਰਟੀ ਹੈ, ਪਰੰਤੂ 60ਵਿਆਂ ਵਿੱਚ ਜਾ ਕੇ ਖਾਸ ਕਰਕੇ ਇੰਦਰਾ ਗਾਂਧੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਇੱਕ ਜਥੇਬੰਦੀ ਦੇ ਤੌਰ ਤੇ ਵੱਡੀ ਹੱਦ ਤੱਕ ਨਕਾਰਾ ਹੋ ਕੇ ਰਹਿ ਗਈ ਸੀ। ਸੁਨੀਲ ਖਿਲਨਾਨੀ ਦੇ ਸ਼ਬਦਾਂ ਵਿੱਚ ਇਹ ਚੋਣਾਂ ਜਿੱਤਣ ਲਈ ਇੱਕ ਬਿਨਾਂ ਲੇਖੇ ਪੱਤੇ ਵਾਲੀ ਕੰਪਨੀ ਬਣ ਕੇ ਰਹਿ ਗਈ ਹੈ। ਗਿਰੀ ਲਾਲ ਜੈਨ ਮੁਤਾਬਕ ਇੱਕ ਮੌਕੇ ਸਨਮਾਨ ਦਾ ਚਿੰਨ੍ਹ ਸਮਝੀ ਜਾਂਦੀ ਰਹੀ ਗਾਂਧੀ ਟੋਪੀ ਭ੍ਰਿਸ਼ਟਾਚਾਰ ਦੀ ਨਿਸ਼ਾਨੀ ਹੋ ਗੁਜ਼ਰੀ ਹੈ। ਦੇਸ਼ ਦੀ ਸਭ ਨਾਲੋਂ ਪ੍ਰਭਾਵਸ਼ਾਲੀ ਤੇ ਪ੍ਰਮੁੱਖ ਰਾਜਸੀ ਸੰਸਥਾ ਹੋਣ ਕਰਕੇ ਕਾਂਗਰਸ ਪਾਰਟੀ ਦੇ ਇਸ ਪਤਨ ਸਦਕਾ ਭਾਰਤੀ ਰਾਜਤੰਤਰ ਦੀ ਸਿਹਤ ਉੱਤੇ ਬਹੁਤ ਹੀ ਨਾਪੱਖੀ ਅਸਰ ਪਿਆ। ਵੱਖੋ ਵੱਖਰੇ ਸਮਾਜੀ ਤੇ ਸੱਭਿਆਚਾਰਕ ਪਿਛੋਕੜ ਵਾਲੇ ਅਤੇ ਅਲੱਗ-ਅਲੱਗ ਹਿੱਤਾਂ ਨੂੰ ਪਰਨਾਏ ਕੁਲੀਨ ਵਰਗਾਂ ਵਿਚਕਾਰ ਸੱਤਾ ਵਿੱਚ ਹਿੱਸੇਦਾਰੀ ਨੂੰ ਲੈ ਕੇ ਆਪਸੀ ਵਿਰੋਧ ਤੇ ਝਗੜੇ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ। ਪ੍ਰੌੜ ਜਮਹੂਰੀ ਰਾਜਾਂ ਅੰਦਰ ਰਾਜਨੀਤਿਕ ਸੰਸਥਾਵਾਂ ਤੇ ਰਾਜਕੀ ਅਦਾਰੇ ਇਹਨਾਂ ਝਗੜਿਆਂ ਦਾ ਨਿਪਟਾਰਾ ਕਰਨ ਦਾ ਯੋਗ ਵਸੀਲਾ ਬਣਦੇ ਹਨ, ਪਰੰਤੂ ਜਿੱਥੇ ਇਹ ਅਦਾਰੇ
ਆਪਣੀ ਜਮਾਂਦਰੂ ਕਮਜ਼ੋਰੀ ਜਾਂ ਕਿਸੇ ਹੋਰ ਕਾਰਨ ਕਰਕੇ ਅਜਿਹੀ ਵਿਚੋਲਗਿਰੀ ਨਿਭਾਉਣ ਦੇ ਸਮਰਥ ਨਹੀਂ ਰਹਿੰਦੇ, ਉੱਥੇ ਕੁਲੀਨ ਵਰਗਾਂ ਦਾ ਇਹ ਆਪਸੀ ਕਲੇਸ਼ ਰਾਜਤੰਤਰ ਦੇ ਸਮੁੱਚੇ ਅੰਗਾਂ, ਇਸਦੇ ਸਿਰ ਤੋਂ ਲੈ ਕੇ ਦਿਲ, ਗੁਰਦਿਆਂ ਤੇ ਅੰਤੜੀਆਂ ਤੱਕ ਦਾ ਗਹਿਰਾ ਨੁਕਸਾਨ ਕਰ ਦਿੰਦਾ ਹੈ। 60ਵਿਆਂ ਤੋਂ ਬਾਅਦ ਭਾਰਤੀ ਰਾਜਤੰਤਰ ਦੀਆਂ ਸਾਰੀਆਂ ਅਹਿਮ ਸੰਸਥਾਵਾਂ ਲਗਾਤਾਰ ਨਿਘਾਰ ਦਾ ਸ਼ਿਕਾਰ ਹੁੰਦੀਆਂ ਚਲੀਆਂ ਗਈਆਂ। ਭਾਰਤ ਦੇ 1950 ਵਿੱਚ ਘੜੇ ਗਏ ਸੰਵਿਧਾਨ ਦਾ ਪਿਛਲੇ 3 ਦਹਾਕਿਆਂ ਦੌਰਾਨ ਵੱਡੀ ਪੱਧਰ ਤੇ ਹੁਲੀਆ ਵਿਗਾੜ ਦਿੱਤਾ ਗਿਆ। ਇਸ ਅੰਦਰ ਜੋ ਵੀ ਮਾੜੇ ਧੀੜੇ ਫੈਡਰਲ ਅੰਸ਼ ਸਨ, ਉਹ ਸੰਵਿਧਾਨਿਕ ਸੋਧਾਂ ਦੇ ਕੁਹਾੜੇ ਵਾਹ ਕੇ ਪੂਰੀ ਤਰ੍ਹਾਂ ਛਾਂਗ ਦਿੱਤੇ ਗਏ ਹਨ। ਚੋਣਾਂ ਜਮਹੂਰੀ ਕਵਾਇਦ ਨਾ ਹੋ ਕੇ ਇੱਕ ਤਮਾਸ਼ਾ ਜਿਹਾ ਬਣ ਗਈਆਂ ਸਨ। ਸਿਵਲ ਸਰਵਿਸ, ਪੁਲਿਸ ਅਤੇ ਇੱਥੋਂ ਤੱਕ ਕਿ ਫੌਜ ਦਾ ਵੀ ਪੇਸ਼ਾਵਰਾਨਾ ਰੰਗ ਫਿੱਕਾ ਪੈ ਗਿਆ ਅਤੇ ਰਾਜ ਦੇ ਇਹਨਾਂ ਅਤੀ ਅਹਿਮ ਅੰਗਾਂ 'ਚੋਂ ਰਾਜਸੀ ਭਾਵ ਵਧੇਰੇ ਮਾਰਨ ਲੱਗ ਪਈ ਹੈ। ਨਿਆਂਪਾਲਿਕਾ ਦੀ ਸੁਤੰਤਰਤਾ ਤੇ ਨਿਰਪੱਖਤਾ ਗਹਿਰੇ ਸ਼ੰਕਾ ਦੇ ਦਾਇਰੇ ਹੇਠ ਆ ਗਈ। ਮਸਲਿਆਂ ਨੂੰ ਜਮਹੂਰੀ ਢੰਗ ਤਰੀਕਿਆਂ ਨਾਲ ਹੱਲ ਕਰਨ ਵਾਲੇ ਅਦਾਰਿਆਂ ਦੇ ਇਸ ਕਦਰ ਨਕਾਰਾ ਹੋ ਜਾਣ ਦੇ ਦੋ ਬਹੁਤ ਹੀ ਮਾਰੂ ਨਤੀਜੇ ਸਾਹਮਣੇ ਆਉਂਦੇ ਹਨ। ਇੱਕ ਤਾਂ ਇਸ ਨਾਲ ਰਾਜ ਦੀ ਆਪਣੇ ਪੁਲਿਸ ਬਲਾਂ ਉੱਤੇ ਨਿਰਭਰਤਾ ਬੇਹੱਦ ਵੱਧ ਜਾਂਦੀ ਹੈ, ਜਿਸ ਨਾਲ ਹੌਲੀ-ਹੌਲੀ ਰਾਜ ਦਾ ਪੁਲਿਸ ਸਟੇਟ ਵਿੱਚ ਨਿਘਾਰ ਹੋ ਜਾਂਦਾ ਹੈ। ਦੂਜਾ, ਇਸ ਨਾਲ ਸੱਤਾ ਦੇ ਸ਼ਖਸੀਕਰਨ ਦਾ ਰੁਝਾਨ ਤੇ ਸਿਲਸਿਲਾ ਜ਼ੋਰ ਫੜ ਜਾਂਦਾ ਹੈ। ਇਹ ਦੋਨੋਂ ਨਾਪੱਖੀ ਅਮਲ ਆਪਸ ਵਿੱਚ ਗਹਿਰੀ ਤਰ੍ਹਾਂ ਜੁੜੇ ਹੋਏ ਹਨ। ਸੱਤਾ ਦਾ ਕੇਂਦਰੀਕਰਨ ਆਪਣੇ ਅਸਲੇ ਪੱਖੋਂ ਹੀ ਜਮਹੂਰੀਅਤ ਦਾ ਨਿਖੇਪ ਹੈ ਅਤੇ ਸੱਤਾ ਦਾ ਸ਼ਖਸੀਕਰਨ ਸੱਤਾ ਦੇ ਕੇਂਦਰੀਕਰਨ ਦਾ ਹੀ ਮੰਤਕੀ ਵਿਸਤਾਰ। ਸੱਤਾ ਦੇ ਸ਼ਖਸੀਕਰਨ ਦੀ ਰੁਚੀ ਮਨੁੱਖੀ ਫਿਤਰਤ ਦਾ ਹੀ ਪ੍ਰਗਟਾਓ ਹੈ। ਇਸ ਕਰਕੇ ਇਹ ਰੁਚੀ ਹਰ ਜਗ੍ਹਾ ਅਤੇ ਹਰ ਵੇਲੇ ਹੀ ਜਮਹੂਰੀ ਸੰਸਥਾਵਾਂ ਨੂੰ ਢਾਹ ਲਾਉਣ ਦੀ ਦਿਸ਼ਾ ਵਿੱਚ ਆਪਣਾ ਜ਼ੋਰ ਪ੍ਰਗਟਾ ਰਹੀ ਹੁੰਦੀ ਹੈ। ਜਮਹੂਰੀ ਢਾਂਚਾ ਚੰਗਾ ਮਜ਼ਬੂਤ ਹੋਵੇ ਤਾਂ ਇਸ ਰੁਚੀ ਦਾ ਉਹ ਨਹੀਂ ਪੈਂਦਾ, ਪਰ ਜੇਕਰ ਜਮਹੂਰੀ ਢਾਂਚੇ ਦੀਆਂ ਬੁਨਿਆਦਾਂ ਕੱਚੀਆਂ ਹੋਣ ਤਾਂ ਇਹ ਜਮਹੂਰੀਅਤ ਘਾਤੀ ਰੁਚੀ ਸੰਸਥਾਵਾਂ ਨੂੰ ਆਸਾਨੀ ਨਾਲ ਹੀ ਢਾਹ ਲਾਉਣ ਵਿੱਚ ਸਫਲ ਹੋ ਨਿਬੜਦੀ ਹੈ। ਵੈਸੇ ਤਾਂ ਤੀਜੀ ਦੁਨੀਆ ਦੇ ਲਗਭਗ ਸਾਰਿਆਂ ਹੀ ਮੁਲਕਾਂ ਦੀ ਇਹ ਸਾਂਝੀ ਮਰਜ਼ ਹੈ ਕਿ ਇੱਥੇ ਜਮਹੂਰੀਅਤ ਅਸਲੀ ਘੱਟ ਨਕਲੀ ਵੱਧ ਹੈ। ਇਸ ਕਰਕੇ ਤੀਜੀ ਦੁਨੀਆ ਦੇ ਬਹੁਤੇ ਰਾਜਾਂ ਅੰਦਰ ਜਮਹੂਰੀਅਤ ਦਾ ਕਿਸੇ ਨਾ ਕਿਸੇ ਸ਼ਕਲ ਵਿੱਚ ਸ਼ਖਸੀ ਸੱਤਾ ਵਿੱਚ ਅਤੇ ਨਾਲ ਹੀ ਪੁਲਿਸ ਸਟੇਟ ਵਿੱਚ ਵੀ ਨਿਘਾਰ ਹੋਇਆ ਸਾਫ਼ ਨਜ਼ਰ ਪੈਂਦਾ ਹੈ। ਪਰ ਫਿਰ ਵੀ ਹਰ ਦੇਸ਼ ਅੰਦਰ ਇਹ ਵਰਤਾਰਾ ਆਪਣੇ ਵਿਸ਼ੇਸ਼ ਲੱਛਣ ਲੈ ਕੇ ਪ੍ਰਗਟ ਹੋਇਆ ਹੈ। 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਪੱਛਮੀ ਸਾਮਰਾਜੀ ਤਾਕਤਾਂ ਦੁਆਰਾ ਗੁਲਾਮ ਬਣਾਏ ਗਏ ਰਾਜਾਂ ਅੰਦਰ ਬਸਤੀਵਾਦੀ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਪੱਛਮੀ ਸਾਮਰਾਜੀ ਤਾਕਤਾਂ ਦੁਆਰਾ ਗੁਲਾਮ ਬਣਾਏ ਗਏ ਰਾਜਾਂ ਅੰਦਰ ਬਸਤੀਵਾਦੀ ਵਿਰੁੱਧ ਆਜ਼ਾਦੀ ਦੇ ਅੰਦੋਲਨਾਂ ਦਾ ਇੱਕ ਵਿਆਪਕ ਉਭਾਰ ਪੈਦਾ ਹੋਇਆ। ਇਹਨਾਂ ਅੰਦੋਲਨਾਂ ਦਾ ਪ੍ਰਮੁੱਖ ਨਿਸ਼ਾਨਾ ਵਿਦੇਸ਼ੀ ਸਾਮਰਾਜਵਾਦੀ ਨੂੰ ਬਾਹਰ ਕੱਢ ਕੇ ਆਪਣੇ ਦੇਸੀ ਰਾਜਾਂ ਦੀ ਸਥਾਪਨਾ ਕਰਨਾ ਸੀ। ਪਰੰਤੂ ਕਿਉਂਕਿ ਇਹਨਾਂ 'ਚੋਂ ਜ਼ਿਆਦਾਤਰ ਰਾਜਾਂ ਦੀ ਵਸੋਂ ਧਾਰਮਿਕ ਤੇ ਸੱਭਿਆਚਾਰਕ ਪੱਖ ਤੋਂ ਮਿਸੀ ਅਥਵਾ ਰਲਵੀਂ ਮਿਲਵੀਂ ਸੀ, ਇਸ ਕਰਕੇ ਵਿਦੇਸ਼ੀ ਗੁਲਾਮੀ ਦੇ ਜੂਲੇ ਤੋਂ ਮੁਕਤ ਹੁੰਦਿਆਂ ਹੀ ਇਹਨਾਂ ਰਾਜਾਂ ਅੰਦਰ ਅਲੱਗ-ਅਲੱਗ ਧਾਰਮਿਕ ਤੇ ਕੌਮੀ ਸੱਭਿਆਚਾਰਕ ਵਰਗਾਂ ਦਰਮਿਆਨ ਸੱਤਾ ਦੀ ਹਿੱਸੇਦਾਰੀ ਨੂੰ ਲੈ ਕੇ ਵਿਵਾਦ ਖੜੇ ਹੋਣੇ ਸੁਭਾਵਿਕ ਸਨ। ਜਿਹੜੇ ਰਾਜਾਂ ਅੰਦਰ ਜਮਹੂਰੀਅਤ ਦੀ ਥਾਵੇਂ ਨੰਗੀਆਂ ਤਾਨਾਸ਼ਾਹੀ ਹਕੂਮਤਾਂ ਕਾਇਮ ਹੋ ਗਈਆਂ, ਉੱਥੇ ਗਿਣਤੀ ਪੱਖੋਂ ਭਾਰੂ ਜਾਂ ਰਾਜਸੀ ਜਥੇਬੰਦਕ ਪੱਖ ਤੋਂ ਤਾਕਤਵਰ ਵਰਗ ਨੇ ਦੂਸਰੇ ਵਰਗਾਂ ਉੱਤੇ ਆਪਣਾ ਗਲਬਾ ਸਥਾਪਿਤ ਕਰ ਲਿਆ। ਅਜਿਹੇ ਰਾਜਾਂ ਅੰਦਰ ਇੱਕ ਵਿਸ਼ੇਸ਼ ਧਾਰਮਿਕ ਜਾਂ ਨਸਲੀ ਸੱਭਿਆਚਾਰਕ ਵਰਗ ਦਾ ਗਲਬਾ ਵੱਧ ਡੰਗਾ ਤੇ ਰਗੜਵਾਂ ਹੈ। ਪਰੰਤੂ ਜਿਹੜੇ ਰਾਜਾਂ ਨੇ ਪੱਛਮੀ ਜਮਹੂਰੀ ਰਾਜਾਂ ਦੀ ਰੀਸੇ ਜਮਹੂਰੀ ਰਾਜ ਪ੍ਰਣਾਲੀ ਅਪਣਾਉਣ ਦੀ ਚੇਤਨ ਚੋਣ ਕਰ ਲਈ, ਉੱਥੇ ਜਮਹੂਰੀਅਤ ਆਪਣੇ ਸ਼ੁੱਧ ਰੂਪ ਵਿੱਚ ਲਾਗੂ ਨਹੀਂ ਹੋ ਸਕੀ, ਹੋ ਵੀ ਨਹੀਂ ਸਕਦੀ, ਕਿਉਂਕਿ ਜਿਵੇਂ ਕਿ ਇੱਕ ਵਿਦਵਾਨ ਨੇ ਦੱਖਣੀ ਏਸ਼ੀਆ ਦੇ ਰਾਜਾਂ ਅੰਦਰ ਪੈਦਾ ਹੋ ਰਹੇ ਨਸਲੀ ਸੱਭਿਆਚਾਰਕ ਪਖੇੜਿਆਂ ਦੇ ਅਧਿਐਨ ਚੋਂ ਸਮਾਜੀ ਤੇ ਸੱਭਿਆਚਾਰਕ ਪੱਖ ਤੋਂ ਇਹ ਰਾਜ ਵੱਜਵੇਂ ਥਾਨ ਨਹੀਂ ਹਨ, ਬਲਕਿ ਟੋਟਿਆਂ ਦੀ ਜੋੜ ਬਣਤਰ ਹਨ। ਇਹਨਾਂ ਰਾਜਾਂ ਅੰਦਰ ਇੱਕ ਰਾਜਨੀਤਿਕ ਬਹੁਗਿਣਤੀ ਦਾ ਰਾਜ ਨਹੀਂ ਚੱਲਦਾ, ਬਲਕਿ ਕਿਸੇ ਇੱਕ ਵਿਸ਼ੇਸ਼ ਧਾਰਮਿਕ ਨਸਲੀ ਸੱਭਿਆਚਾਰਕ ਵਰਗ ਦੀ ਮੁਖਤਿਆਰੀ
ਰਲਦੀ ਹੈ, ਜਿਸ ਨੂੰ ਉਕਤ ਵਿਦਵਾਨ ਨੇ ਲੋਕਤੰਤਰ ਦੀ ਜਗ੍ਹਾ 'ਤੇ ਸੰਖਿਆ ਤੰਤਰ ਦਾ ਨਾਮ ਦਿੱਤਾ। ਇਹ ਸੰਖਿਆ ਤੰਤਰੀ ਰਾਜ ਯਾਨੀ ਕਿ ਗਿਣਤੀ ਪੱਖੋਂ ਭਾਰੂ ਇੱਕ ਵਿਸ਼ੇਸ਼ ਨਸਲੀ ਸੱਭਿਆਚਾਰਕ ਵਰਗ ਦਾ ਰਾਜ ਹੈ, ਜੋ ਕੌਮੀ ਸੱਭਿਆਚਾਰਕ ਪਖੇੜਿਆਂ ਨੂੰ ਜਨਮ ਦਿੰਦਾ ਅਤੇ ਰਾਜਕੀ ਢਾਂਚੇ ਦੇ ਬਿਖਰਾਓ ਦੀਆਂ ਹਾਲਤਾਂ ਸਿਰਜਦਾ ਹੈ। ਇਸ ਸੰਖਿਆ ਸ਼ਾਹੀ ਨੂੰ ਪੱਛਮੀ ਮਾਡਲਾਂ ਦੀ ਰਾਜਨੀਤਿਕ ਬਹੁਗਿਣਤੀ ਨਾਲ ਰਲਗੱਡ ਕੀਤਾ ਜਾਂਦਾ ਹੈ। ਇੱਕ ਵਿਦਵਾਨ ਨੇ ਇਰਾਕ ਅੰਦਰ ਕੁਰਦਾਂ ਦੇ ਕੌਮੀ ਮਸਲੇ ਦੇ ਸੰਘਰਸ਼ ਬਾਰੇ ਲਿਖਦਿਆਂ ਹੋਇਆਂ ਇਨ੍ਹਾਂ ਸੰਖਿਆ ਤੰਤਰੀ ਰਾਜਾਂ ਨੂੰ ਵਿਅੰਗਮਈ ਲਹਿਜੇ ਵਿੱਚ ਕੰਗਾਲਾਂ ਦੀ ਸਾਮਰਾਜੀ ਸ਼ਾਹੀ ਦੀ ਸੰਗਿਆ ਦਿੱਤੀ ਸੀ। ਉਸ ਨੇ ਲਿਖਿਆ ਹੈ ਕਿ ਤੀਜੀ ਦੁਨੀਆ ਦੇ ਬਹੁਤ ਸਾਰੇ ਰਾਜ ਵਿਰਸੇ 'ਚ ਮਿਲਿਆ ਮਸਨੂਈ ਸਰਹੱਦਾਂ ਦੇ ਅੰਦਰ ਕੰਗਾਲਾਂ ਦੀ ਸਾਮਰਾਜਸ਼ਾਹੀ ਲਾਗੂ ਕਰ ਰਹੇ ਹਨ। ਇਹ ਸਾਮਰਾਜਸ਼ਾਹੀ ਅਕਸਰ ਘੱਟ ਗਿਣਤੀਆਂ ਦੇ ਖਿਲਾਫ ਸੇਧਤ ਹੁੰਦੀ ਹੈ ਅਤੇ ਸਾਮਰਾਜਵਾਦ ਦੇ ਟਕਸਾਲੀ ਰੂਪਾਂ ਨਾਲੋਂ ਵਧੇਰੇ ਵਹਿਸ਼ੀ ਤੇ ਘਾਤਕ ਹੈ। ਕਿਉਂਜ ਕੌਮੀ ਜ਼ਬਰ ਨੂੰ ਕੌਮੀ ਜਨੂੰਨ ਦਾ ਝੋਕਾ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਢੱਕਣ ਵਰਜਣ ਵਾਲੀਆਂ ਜਮਹੂਰੀ ਰਵਾਇਤਾਂ ਕੋਈ ਨਹੀਂ ਹਨ। ਬਾਕੀ ਰਹਿੰਦੇ ਵਿਚਾਰ ਸੰਗਤ ਨਾਲ ਫਿਰ ਸਾਂਝੇ ਕਰਾਂਗੇ। ਭੁੱਲ ਚੁੱਕ ਮਾਫ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।